ਸਟਾਰਟ। ਲਾਹੌਰ ਦਰਬਾਰ ਨਾਲ ਸੰਪਰਕ ਵਿੱਚ ਆਏ ਈਸਟ ਇੰਡੀਆ ਕੰਪਨੀ ਦੇ ਅੰਗਰੇਜ਼ ਅਧਿਕਾਰੀਆਂ, ਯੂਰਪੀਨ ਯਾਤਰੂਆਂ ਆਦਿ ਵੱਲੋਂ ਲਿਖੀਆਂ ਯਾਦਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਦੇ ਵਿਭਿੰਨ ਪੱਖਾਂ, ਉਸ ਦੇ ਦਰਬਾਰੀਆਂ, ਤਤਕਾਲੀਨ ਸਿੱਖ ਸਰਦਾਰਾਂ ਆਦਿ ਬਾਰੇ ਬੜੀ ਰੌਚਕ ਜਾਣਕਾਰੀ ਅੰਕਿਤ ਕੀਤੀ ਮਿਲਦੀ ਹੈ। ਡੰਡੀ ਇਸ ਤੋਂ ਇਲਾਵਾ ਇਹਨਾਂ ਸੰਸਮਰਣਾਂ ਵਿੱਚੋਂ ਇੱਕ ਹੋਰ ਹੈਰਾਨੀਜਨਕ ਸ਼ਖਸੀਅਤ ਬਾਰੇ ਦਿਲਚਸਪ ਜਾਣਕਾਰੀ ਮਿਲਦੀ ਹੈ। ਡੰਡੀ ਉਹ ਇੱਕ ਫਕੀਰ ਸੀ ਜੋ ਅਨਿਸ਼ਚਿਤ ਸਮੇਂ ਲਈ ਕਿਸੇ ਖੋਲ ਕਮਰੇ ਜਾਂ ਪੇਟੀ ਵਿੱਚ ਬੰਦ ਰੱਖੇ ਜਾਣ ਉਪਰੰਤ ਵੀ ਜਿਉਂਦਾ ਰਹਿ ਸਕਦਾ ਸੀ। ਡੰਡੀ ਉਸ ਫਕੀਰ ਦਾ ਸਹੀ ਅਤੇ ਪੂਰਾ ਨਾਮ ਕੀ ਸੀ? ਪ੍ਰਸ਼ਨ ਚਿੰਨ੍ਹ। ਇਸ ਬਾਰੇ ਕਿਸੇ ਵੀ ਸਰੋਤ ਤੋਂ ਸੂਚਨਾ ਨਹੀਂ ਮਿਲਦੀ। ਡੰਡੀ ਬਸ ਇਹੋ ਪਤਾ ਲੱਗਦਾ ਹੈ ਕਿ ਉਸ ਨੂੰ ਫਕੀਰ ਕਹਿ ਕੇ ਹੀ ਸੰਬੋਧਨ ਕੀਤਾ ਜਾਂਦਾ ਸੀ। ਡੰਡੀ ਉਹ ਉਮਰ ਦੇ ਲਗਭਗ 30ਵਿਆਂ ਵਿੱਚ ਦੀ ਗੁਜ਼ਰ ਰਿਹਾ ਛੀਟਵੇਂ ਸਰੀਰ ਅਤੇ ਲੰਮੇ ਕੱਦ ਦਾ ਵਿਅਕਤੀ ਸੀ। ਡੰਡੀ ਉਹ ਪਹਿਲੀ ਵਾਰ ਫਰਵਰੀ 1937 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਡੰਡੀ ਮਹਾਰਾਜਾ ਸਾਧੂਆਂ ਸੰਤਾਂ ਪ੍ਰਤੀ ਉਚੇਚੀ ਸ਼ਰਧਾ ਰੱਖਦਾ ਸੀ। ਡੰਡੀ ਇਸ ਲਈ ਉਸ ਨੂੰ ਰਣਜੀਤ ਸਿੰਘ ਦੇ ਸਨਮੁਖ ਪਹੁੰਚਣ ਵਿੱਚ ਕੋਈ ਦਿੱਕਤ ਨਾ ਆਈ। ਡੰਡੀ ਮਹਾਰਾਜਾ ਰਣਜੀਤ ਸਿੰਘ ਨਾਲ ਗੱਲਬਾਤ ਦੌਰਾਨ ਉਸ ਨੇ ਦਾਅਵਾ ਕੀਤਾ ਕਿ ਜੇਕਰ ਉਸ ਨੂੰ ਸੰਦੂਕ ਵਿੱਚ ਬੰਦ ਕਰਕੇ ਧਰਤੀ ਵਿੱਚ ਦੱਬ ਦਿੱਤਾ ਜਾਵੇ, ਜਿੱਥੇ ਨਾ ਕੁਝ ਖਾਣ ਨੂੰ ਹੋਵੇ ਨਾ ਪੀਣ ਨੂੰ, ਤਾਂ ਵੀ ਉਸ ਨੂੰ ਜਿੰਨੇ ਮਰਜ਼ੀ ਸਮੇਂ ਬਾਅਦ ਬਾਹਰ ਕੱਢਿਆ ਜਾਵੇ, ਉਹ ਜਿਉਂਦਾ ਹੀ ਰਹੇਗਾ। ਡੰਡੀ ਪਹਿਲਾਂ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਦਾਅਵੇ ਨੂੰ ਇੱਕ ਸਾਧ ਦਾ ਲੋਕ ਭਰਮਾਊ ਬਿਆਨ ਸਮਝ ਕੇ ਉਸ ਉੱਤੇ ਕੰਨ ਨਾ ਧਰਿਆ, ਪਰ ਜਦੋਂ ਫਕੀਰ ਨੇ ਆਪਣੀ ਗੱਲ ਵਾਰ-ਵਾਰ ਅਤੇ ਜ਼ੋਰ ਦੇ ਕੇ ਕਹੀ ਤਾਂ ਮਹਾਰਾਜੇ ਨੇ ਉਸ ਨੂੰ ਪਰਖਣ ਦਾ ਨਿਸ਼ਚਾ ਕੀਤਾ। ਡੰਡੀ ਫਕੀਰ ਨਾਲ ਸਲਾਹ ਮਸ਼ਵਰਾ ਕਰਕੇ ਧਰਤਵਾਸ ਦੀ ਅਦਵੀ 40 ਦਿਨ ਮਿਥੀ ਗਈ ਅਤੇ ਇਸ ਮਨੋਰਥ ਲਈ ਇੱਕ ਦਿਨ ਨਿਸ਼ਚਿਤ ਕਰ ਲਿਆ ਗਿਆ। ਡੰਡੀ ਨਿਸ਼ਚਿਤ ਦਿਨ ਉੱਤੇ ਦਰਬਾਰ ਵਿੱਚ ਮਹਾਰਾਜਾ ਰਣਜੀਤ ਸਿੰਘ, ਅਮੀਰ, ਵਜ਼ੀਰ ਅਤੇ ਸਿੱਖ ਸਰਦਾਰਾਂ ਤੋਂ ਬਿਨਾਂ ਜਨਰਲ ਵੈਨਤੂਰਾ ਅਤੇ ਈਸਟ ਇੰਡੀਆ ਕੰਪਨੀ ਦਾ ਲੁਧਿਆਣਾ ਸਥਿਤ ਏਜੰਟ ਕਰਨਲ ਵੇਡ ਆਦਿ ਮੌਕੇ ਉੱਤੇ ਹਾਜ਼ਰ ਸਨ। ਡੰਡੀ ਨਿਯਤ ਸਮੇਂ ਉੱਤੇ ਫਕੀਰ ਵੀ ਆਪਣੇ ਕੁਝ ਚੇਲਿਆਂ ਚਾਟੜਿਆਂ ਨਾਲ ਹਾਜ਼ਰ ਹੋ ਗਿਆ। ਡੰਡੀ ਉਸ ਨੇ ਦੱਸਿਆ ਕਿ ਉਹ ਜਿਸ ਦਿਨ ਮਹਾਰਾਜਾ ਸਾਹਿਬ ਨੂੰ ਮਿਲ ਕੇ ਗਿਆ ਸੀ, ਉਸੇ ਦਿਨ ਤੋਂ ਕਰਾਮਾਤ ਵਿਖਾਏ ਜਾਣ ਦੀ ਤਿਆਰੀ ਵਿੱਚ ਜੁਟਿਆ ਹੋਇਆ ਸੀ ਅਤੇ ਇਸ ਮਨੋਰਥ ਲਈ ਲੋੜੀਂਦੀ ਅੰਤਮ ਤਿਆਰੀ ਕਰਨ ਉਪਰੰਤ ਧਰਤਵਾਸ ਕਰ ਲਵੇਗਾ। ਡੰਡੀ ਅੰਤਿਮ ਤਿਆਰੀ ਵਜੋਂ ਉਸ ਨੇ ਸਾਰਿਆਂ ਦੇ ਸਾਹਮਣੇ ਨੱਕ, ਕੰਨ ਆਦਿ ਸਿਰਫ ਮੂੰਹ ਤੋਂ ਬਿਨਾਂ ਸਰੀਰ ਦੇ ਸਾਰੇ ਸੁਰਾਖ, ਜਿਨ੍ਹਾਂ ਰਾਹੀਂ ਹਵਾ ਸਰੀਰ ਦੇ ਅੰਦਰ ਜਾ ਸਕਦੀ ਸੀ, ਮੋਮ ਨਾਲ ਬੰਦ ਕਰ ਲਏ। ਡੰਡੀ
ਪਿੱਛੋਂ ਫਕੀਰ ਦੇ ਇੱਕ ਚੇਲੇ ਨੇ ਉਸ ਦੇ ਮੂੰਹ ਵਿੱਚ ਹੱਥ ਪਾ ਕੇ ਉਸ ਦੀ ਜੀਭ ਮੋੜ ਕੇ ਸੰਗ ਵਿੱਚ ਇਉਂ ਫਸਾ ਦਿੱਤੀ ਜਿਸ ਨਾਲ ਮੂੰਹ ਰਾਹੀਂ ਵੀ ਹਵਾ ਸਰੀਰ ਦੇ ਅੰਦਰ ਜਾਣ ਦੀ ਕੋਈ ਗੁੰਜਾਇਸ਼ ਨਾ ਰਹੇ। ਡੰਡੀ ਇਸ ਦੇ ਤੁਰੰਤ ਪਿੱਛੋਂ ਫਕੀਰ ਸਥਿਰ ਅਵਸਥਾ ਵਿੱਚ ਪੁੱਜ ਗਿਆ। ਡੰਡੀ ਫਕੀਰ ਦੀ ਸਥਿਰ ਹੋਈ ਦੇਹ ਨੂੰ ਚੌਕੜੀ ਮਾਰ ਕੇ ਬੈਠਣ ਦੀ ਮੁਦਰਾ ਵਿੱਚ ਪਹਿਲਾਂ ਕੱਪੜੇ ਦੇ ਇੱਕ ਥੈਲੇ ਵਿੱਚ ਪਾਇਆ ਗਿਆ ਅਤੇ ਫਿਰ ਉਸ ਥੈਲੇ ਦੇ ਮੂੰਹ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਮੋਹਰ ਲਗਾ ਕੇ ਬੰਦ ਕਰ ਦਿੱਤਾ ਗਿਆ। ਡੰਡੀ ਉਪਰੰਤ ਇਸ ਥੈਲੇ ਨੂੰ ਇਸ ਮਨੋਰਥ ਲਈ ਤਿਆਰ ਕੀਤੇ ਲੱਕੜ ਦੇ ਛੋਟੇ ਟਰੰਕ ਵਿੱਚ ਰੱਖ ਕੇ ਉਸ ਨੂੰ ਤਾਲਾ ਲਗਾਉਣ ਦੇ ਨਾਲ ਨਾਲ ਮੋਹਰਬੰਦ ਕੀਤਾ ਗਿਆ। ਡੰਡੀ ਇਸ ਟਰੰਕ ਨੂੰ ਸੰਭਾਲ ਕੇ ਰੱਖਣ ਲਈ ਮਹਾਰਾਜੇ ਨੇ ਪਹਿਲਾਂ ਹੀ ਇੱਕ ਭੋਰਾ ਬਣਵਾ ਲਿਆ ਸੀ। ਡੰਡੀ ਇਸ ਲਈ ਟਰੰਕ ਭੋਰੇ ਵਿੱਚ ਰੱਖ ਕੇ ਉਸ ਦੇ ਆਲੇ ਦੁਆਲੇ ਮਿੱਟੀ ਭਰ ਦਿੱਤੀ ਗਈ ਅਤੇ ਫਿਰ ਮਿੱਟੀ ਨੂੰ ਲਤੜ ਕੇ ਉਸ ਨੂੰ ਪੱਧਰਾ ਕਰਨ ਉਪਰੰਤ ਜੌਂ ਬੀਜ ਦਿੱਤੇ ਗਏ। ਡੰਡੀ ਭੋਰੇ ਦੇ ਆਲੇ ਦੁਆਲੇ ਰਾਖੀ ਲਈ ਸੰਤਰੀਆਂ ਦਾ ਪਹਿਰਾ ਲਗਾਇਆ ਗਿਆ। ਡੰਡੀ ਨਿਯਮਤ ਰੂਪ ਵਿੱਚ ਸੰਤਰੀ ਬਦਲ ਦਿੱਤੇ ਜਾਂਦੇ। ਡੰਡੀ ਸੰਤਰੀਆਂ ਤੋਂ ਬਿਨਾਂ ਹੋਰ ਕਿਸੇ ਨੂੰ ਭੋਰੇ ਦੇ ਨੇੜੇ ਜਾਣ ਦੀ ਆਗਿਆ ਨਹੀਂ ਸੀ। ਡੰਡੀ 40 ਦਿਨ ਪੂਰੇ ਹੋਣ 'ਤੇ ਖੁਦ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਨਿਗਰਾਨੀ ਹੇਠ ਭੋਰੇ ਦੀ ਮਿੱਟੀ ਪਾਸੇ ਹਟਵਾ ਕੇ ਵਿੱਚੋਂ ਟਰੰਕ ਕਢਵਾਇਆ। ਡੰਡੀ ਪੜਤਾਲ ਕਰਨ ਉੱਤੇ ਤਾਲਾਬੰਦੀ ਅਤੇ ਮੋਹਰ ਠੀਕ ਪਾਈ ਗਈ। ਡੰਡੀ ਇਸ ਉਪਰੰਤ ਟਰੰਕ ਵਿੱਚੋਂ ਕੱਪੜੇ ਦਾ ਥੈਲਾ ਕੱਢਿਆ ਅਤੇ ਮੋਹਰਬੰਦੀ ਠੀਕ ਪਾਈ ਗਈ। ਡੰਡੀ ਥੈਲਾ ਬਿਲਕੁਲ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਉਸ ਨੂੰ 40 ਦਿਨ ਪਹਿਲਾਂ ਬੰਦ ਕੀਤਾ ਗਿਆ ਸੀ। ਡੰਡੀ ਥੈਲਾ ਖੋਲ੍ਹ ਕੇ ਉਸ ਵਿੱਚੋਂ ਫਕੀਰ ਦੀ ਸਥਿਲ ਦੇ ਬਾਹਰ ਕੱਢੀ ਗਈ। ਡੰਡੀ ਫਕੀਰ ਉਸੇ ਤਰ੍ਹਾਂ ਹੀ ਬੈਠਾ ਸੀ ਜਿਵੇਂ ਉਸ ਨੂੰ ਥੈਲੇ ਵਿੱਚ ਬੰਦ ਕੀਤਾ ਗਿਆ ਸੀ। ਡੰਡੀ ਉਸ ਦੀਆਂ ਬਾਹਾਂ ਸਰੀਰ ਦੇ ਪਾਸਿਆਂ ਨਾਲ ਲਮਕ ਰਹੀਆਂ ਸਨ। ਉਸ ਦੇ ਨਹੁੰ ਅਤੇ ਕੇਸ ਵਧਣੇ ਬੰਦ ਹੋ ਗਏ ਸਨ ਅਤੇ ਉਸ ਦੀਆਂ ਅੱਖਾਂ ਦੇ ਡੇਲੇ ਕਿਸੇ ਲਾਸ਼ ਦੇ ਡੇਲਿਆਂ ਵਾਂਗ ਬੇਰੌਣਕ ਅਤੇ ਨਮੀ ਵਾਲੇ ਦਿਖਾਈ ਦਿੰਦੇ ਸਨ। ਡੰਡੀ ਕਰਨਲ ਵੇਡ ਨੇ ਦੇਹ ਦਾ ਜ਼ਾਤੀ ਤੌਰ ਉੱਤੇ ਬੜੇ ਗਹੁ ਅਤੇ ਬਾਰੀਕੀ ਨਾਲ ਮੁਆਇਨਾ ਕੀਤਾ। ਡੰਡੀ ਉਸ ਨੇ ਦੇਖਿਆ ਕਿ ਫਕੀਰ ਦੀ ਨਬਜ਼ ਅਤੇ ਦਿਲ ਦੀ ਧੜਕਣ ਬਿਲਕੁਲ ਹੀ ਮਹਿਸੂਸ ਨਹੀਂ ਹੁੰਦੀ ਅਤੇ ਉਸ ਦੀ ਸੰਜੀਵਤਾ ਆਰਜੀ ਤੌਰ ਉੱਤੇ ਮੁਕੰਮਲ ਰੂਪ ਵਿੱਚ ਬੰਦ ਹੋ ਚੁੱਕੀ ਹੈ। ਡੰਡੀ ਸਾਰਿਆਂ ਨੇ ਫਕੀਰ ਦੇ ਸਰੀਰ ਨੂੰ ਛੋਹ ਕੇ ਵੇਖਿਆ ਕਿ ਭਾਵੇਂ ਉਸ ਦੇ ਸਿਰ ਦਾ ਤਾਲੂਆ ਕਾਫੀ ਗਰਮ ਸੀ ਪਰ ਉਸ ਦੇ ਸਰੀਰ ਦੇ ਅੰਗ ਚੰਗੀ ਹਾਲਤ ਵਿੱਚ ਹੁੰਦਿਆਂ ਵੀ ਠੰਡੇ ਪੈ ਗਏ ਸਨ। ਡੰਡੀ ਫਕੀਰ ਨੂੰ ਸੁਰਤ ਵਿੱਚ ਲਿਆਉਣ ਲਈ ਉਸ ਦੇ ਸਿਰ ਉੱਤੇ ਪਹਿਲਾਂ ਕਾਫੀ ਮਾਤਰਾ ਵਿੱਚ ਗਰਮ ਪਾਣੀ ਪਾਇਆ ਗਿਆ। ਫਿਰ ਆਟੇ ਦੀ ਗਰਮ ਗਰਮ ਰੋਟੀ ਉਸ ਦੇ ਤਾਲੂਏ ਉੱਤੇ ਟਿਕਾਈ ਗਈ ਅਤੇ ਫਿਰ ਉਸ ਦੇ ਇੱਕ ਨੱਕ ਵਿੱਚੋਂ ਮੋਮ ਕੱਢ ਦਿੱਤੀ ਗਈ। ਡੰਡੀ ਇੰਨੀ ਕਾਰਵਾਈ ਹੋਣ ਉਪਰੰਤ ਫਕੀਰ ਨੇ ਜ਼ੋਰ ਦਾ ਸਾਹ ਲਿਆ। ਡੰਡੀ ਫਕੀਰ ਨੂੰ ਥੈਲੇ ਵਿੱਚ ਬੰਦ ਕਰਨ ਤੋਂ ਪਹਿਲਾਂ ਜਿਸ ਚੇਲੇ ਨੇ ਉਸ ਦੀ ਜੀਭ ਨੂੰ ਮੋੜ ਕੇ ਸੰਗ ਬੰਦ ਕੀਤਾ ਸੀ ਉਸ ਨੇ ਹੀ ਫਕੀਰ ਦੇ ਮੂੰਹ ਵਿੱਚ ਉਂਗਲ ਪਾ ਕੇ ਜੀਭ ਨੂੰ ਸਿੱਧਾ ਕੀਤਾ। ਡੰਡੀ
ਲੰਮਾ ਸਮਾਂ ਮੁੜੀ ਰਹਿਣ ਕਾਰਨ ਜੀਭ ਸਿੱਧੀ ਨਹੀਂ ਸੀ ਹੋ ਰਹੀ ਅਤੇ ਜਿਉਂ ਹੀ ਉਸ ਨੂੰ ਛੱਡਿਆ ਜਾਂਦਾ ਉਹ ਮੁੜ ਕੇ ਸੰਗ ਨਾਲ ਜਾ ਲੱਗਦੀ। ਡੰਡੀ ਕੁਝ ਦੇਰ ਫੜੀ ਰੱਖਣ ਦੇ ਫਲਸਰੂਪ ਜੀਭ ਆਪਣੀ ਕੁਦਰਤੀ ਦਸ਼ਾ ਵਿੱਚ ਆ ਗਈ। ਡੰਡੀ ਫਿਰ ਜੀਭ ਅਤੇ ਬੁੱਲ੍ਹਾਂ ਉੱਤੇ ਘਿਓ ਦੀ ਮਾਲਿਸ਼ ਕੀਤੀ ਗਈ। ਡੰਡੀ ਇਸ ਵੇਲੇ ਤੱਕ ਦੇਹ ਦਾ ਤਾਪਮਾਨ ਸਾਧਾਰਨ ਸਿਹਤਮੰਦ ਵਿਅਕਤੀ ਦੇ ਸਰੀਰ ਦੇ ਤਾਪਮਾਨ ਨਾਲੋਂ ਕਾਫੀ ਜ਼ਿਆਦਾ ਸੀ ਅਤੇ ਅਜੇ ਨਬਜ਼ ਵੀ ਨਹੀਂ ਸੀ ਚੱਲੀ। ਡੰਡੀ ਫਿਰ ਉਸ ਦੀਆਂ ਲੱਤਾਂ ਨਿਸਾਲ ਕੇ ਮਾਲਿਸ਼ ਕੀਤੀ ਗਈ ਅਤੇ ਅੱਖਾਂ ਦੇ ਛੱਪਰ ਉੱਪਰ ਚੁੱਕ ਕੇ ਉਹਨਾਂ ਉੱਤੇ ਘਿਓ ਝੱਸਿਆ ਗਿਆ। ਡੰਡੀ ਇਸ ਨਾਲ ਹੌਲੀ ਹੌਲੀ ਫਕੀਰ ਦੀ ਨਬਜ਼ ਚੱਲਣੀ ਸ਼ੁਰੂ ਹੋਈ ਅਤੇ ਸਰੀਰ ਦਾ ਗੈਰ ਕੁਦਰਤੀ ਵਧਿਆ ਤਾਪਮਾਨ ਤੇਜ਼ੀ ਨਾਲ ਹੇਠਾਂ ਆਉਣਾ ਸ਼ੁਰੂ ਹੋਇਆ। ਡੰਡੀ ਸਰੀਰ ਵਿੱਚ ਸੰਜੀਵਤਾ ਉਤਪੰਨ ਹੋਣ ਦੀਆਂ ਨਿਸ਼ਾਨੀਆਂ ਦਿਖਾਈ ਦੇਣ ਲੱਗ ਪਈਆਂ। ਡੰਡੀ ਬੋਲਣ ਦੇ ਕੁਝ ਅਸਫਲ ਯਤਨ ਕਰਨ ਪਿੱਛੋਂ ਫਕੀਰ ਨੂੰ ਧੀਮੀ ਅਤੇ ਕਮਜ਼ੋਰ ਆਵਾਜ਼ ਵਿੱਚ ਬੋਲਣ ਦੀ ਸਮਰੱਥਾ ਪ੍ਰਾਪਤ ਹੋਣ ਲੱਗੀ ਅਤੇ ਉਸ ਨੇ ਆਪਣੇ ਆਲੇ ਦੁਆਲੇ ਖੜ੍ਹੇ ਲੋਕਾਂ ਨੂੰ ਪਛਾਣਨਾ ਵੀ ਸ਼ੁਰੂ ਕਰ ਦਿੱਤਾ। ਡੰਡੀ ਇਸ ਸਾਰੀ ਪ੍ਰਕਿਰਿਆ ਨੂੰ ਲਗਭਗ 2 ਘੰਟਿਆਂ ਦਾ ਸਮਾਂ ਲੱਗਾ। ਡੰਡੀ ਮਹਾਰਾਜਾ ਸਾਹਮਣੇ ਬੈਠਾ ਉਸ ਦੀਆਂ ਸਾਰੀਆਂ ਹਰਕਤਾਂ ਨੂੰ ਧਿਆਨ ਨਾਲ ਵਾਚ ਰਿਹਾ ਸੀ। ਡੰਡੀ ਕੁਝ ਦੇਰ ਪਿੱਛੋਂ ਫਕੀਰ ਨੇ ਮਹਾਰਾਜੇ ਨੂੰ ਸੰਬੋਧਨ ਕਰਕੇ ਕੁਝ ਸ਼ਬਦ ਬੋਲੇ ਤਾਂ ਇਸ ਨੂੰ ਫਕੀਰ ਦੇ ਕਾਰਨਾਮੇ ਦੀ ਸੰਪੂਰਨਤਾ ਪ੍ਰਵਾਨ ਕਰਦਿਆਂ ਤੋਪਾਂ ਦਾਗੀਆਂ ਗਈਆਂ ਅਤੇ ਜਸ਼ਨ ਮਨਾਇਆ ਗਿਆ। ਡੰਡੀ ਮਹਾਰਾਜੇ ਨੇ ਆਪਣੇ ਹੱਥੀਂ ਫਕੀਰ ਦੇ ਗਲ ਵਿੱਚ ਸੋਨੇ ਦੀ ਜੰਜੀਰੀ ਪਾਈ ਅਤੇ ਕੰਨਾਂ ਦੀਆਂ ਨੱਤੀਆਂ ਕੁਝ ਹੋਰ ਗਹਿਣੇ ਅਤੇ ਦੁਸ਼ਾਲੇ ਉਸ ਨੂੰ ਭੇਟ ਕੀਤੇ। ਡੰਡੀ ਬਿਨਾਂ ਕੁਝ ਖਾਧੇ ਪੀਤੇ 40 ਦਿਨ ਅਤੇ 40 ਰਾਤਾਂ ਇਸ ਤਰ੍ਹਾਂ ਅਡੋਲ ਸਮਾਧੀ ਵਿੱਚ ਬੈਠੇ ਰਹਿਣਾ ਸਭਨਾਂ ਯੂਰਪੀਅਨ ਅਤੇ ਦੇਸੀ ਦਰਸ਼ਕਾਂ ਲਈ ਹੈਰਾਨੀਜਨਕ ਮੁਆਜਜ਼ਾ ਸੀ। ਡੰਡੀ ਗੱਲਬਾਤ ਦੌਰਾਨ ਫਕੀਰ ਨੇ ਦੱਸਿਆ ਕਿ ਇਹ ਸਾਰਾ ਸਮਾਂ ਉਹ ਆਨੰਦਦਾਇਕ ਸਮੋਹਿਕ ਅਵਸਥਾ ਨੂੰ ਮਾਣਦਾ ਰਿਹਾ। ਉਸ ਦੇ ਖਿਆਲ ਅਤੇ ਸੁਪਨੇ ਬਾਗੋ ਬਾਗ ਕਰਨ ਵਾਲੇ ਸਨ ਅਤੇ ਇਸ ਅਵਸਥਾ ਤੋਂ ਬਾਹਰ ਆਉਣਾ ਉਸ ਲਈ ਕਸ਼ਟਦਾਇਕ ਹੈ। ਡੰਡੀ 1838 ਵਿੱਚ ਹਿੰਦੁਸਤਾਨ ਦੇ ਗਵਰਨਰ ਜਨਰਲ ਦਾ ਮਿਲਟਰੀ ਸੈਕਟਰੀ W.G. ਓਸਬਰਨ ਦੀਨਾਨਗਰ ਜਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ। ਡੰਡੀ ਮਹਾਰਾਜੇ ਦੇ ਕੈਂਪ ਵਿੱਚ ਰਹਿੰਦਿਆਂ ਓਸਬਰਨ ਅਤੇ ਉਸ ਦੇ ਸਾਥੀਆਂ ਨੇ ਫਕੀਰ ਦੇ ਲੰਮਾ ਧਰਤਵਾਸ ਗ੍ਰਹਿਣ ਬਾਰੇ ਸੁਣਿਆ ਤਾਂ ਉਹਨਾਂ ਦੇ ਮਨ ਵਿੱਚ ਇਹ ਕਾਰਨਾਮਾ ਵੇਖਣ ਦੀ ਜਿਗਿਆਸਾ ਪੈਦਾ ਹੋਈ। ਡੰਡੀ ਫਲਸਰੂਪ ਜਦੋਂ ਇਹ ਅੰਗਰੇਜ਼ ਟੋਲੀ ਮਹਾਰਾਜੇ ਨਾਲ ਜੂਨ ਮਹੀਨੇ ਲਾਹੌਰ ਪਹੁੰਚੀ ਤਾਂ ਇੱਕ ਵਾਰੀ ਫਿਰ ਇਸ ਫਕੀਰ ਨੂੰ ਆਪਣਾ ਕਾਰਨਾਮਾ ਵਿਖਾਉਣ ਲਈ ਅੰਮ੍ਰਿਤਸਰ ਤੋਂ ਲਾਹੌਰ ਬੁਲਾਇਆ ਗਿਆ। ਡੰਡੀ ਅੰਗਰੇਜ਼ ਅਫਸਰਾਂ ਨੇ ਉਸ ਨਾਲ ਖੁੱਲ੍ਹੀ ਗੱਲਬਾਤ ਕੀਤੀ। ਡੰਡੀ ਉਸ ਨੇ ਪੇਸ਼ਕਸ਼ ਕੀਤੀ ਕਿ ਜਿੰਨਾ ਅਰਸਾ ਅੰਗਰੇਜ਼ ਅਫਸਰ ਚਾਹੁਣ ਉਹ ਧਰਤਵਾਸ ਵਿੱਚ ਰਹਿ ਲਏਗਾ। ਡੰਡੀ ਗਵਰਨਰ ਜਨਰਲ ਦੇ ਸੈਨਿਕ ਸਕੱਤਰ ਨੇ ਦੱਸਿਆ ਕਿ ਉਹ 3 ਹਫ਼ਤੇ ਜਾਂ ਵੱਧ ਤੋਂ ਵੱਧ 1 ਮਹੀਨਾ ਇੱਥੇ ਠਹਿਰਨਗੇ
ਅਤੇ ਧਰਤਵਾਸ ਦਾ ਸਮਾਂ ਵੀ ਇੰਨਾ ਕੁ ਹੀ ਹੋਵੇਗਾ। ਡੰਡੀ ਫਕੀਰ ਨੇ ਅਫਸੋਸ ਪ੍ਰਗਟ ਕੀਤਾ ਕਿ ਇਹ ਬਹੁਤ ਥੋੜ੍ਹਾ ਸਮਾਂ ਹੈ, ਕਿਉਂਕਿ ਉਸ ਨੂੰ ਤਿਆਰੀ ਤਾਂ ਪੂਰੀ ਹੀ ਕਰਨੀ ਪੈਂਦੀ ਹੈ। ਡੰਡੀ ਫਕੀਰ ਨੇ ਇੱਕ ਵਾਰ ਫਿਰ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਸਫਲਤਾ ਸਹਿਤ ਕੀਤਾ। ਡੰਡੀ ਸਿਆਣੇ ਲੋਕ ਕਹਿੰਦੇ ਸਨ ਕਿ ਥੈਲੇ ਵਿੱਚ ਬੰਦ ਹੋਣ ਤੋਂ ਪਹਿਲਾਂ ਅਭਿਆਸ ਦੁਆਰਾ ਇਹ ਵਿਅਕਤੀ ਸਹਿਜੇ ਸਹਿਜੇ ਹਾਜ਼ਮੇ ਦੀ ਤਾਕਤ ਉੱਤੇ ਇਉਂ ਕਾਬੂ ਪਾਉਂਦਾ ਹੈ ਕਿ ਮਿਹਦੇ ਵਿੱਚ ਜਮ੍ਹਾਂ ਹੋਏ ਦੁੱਧ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਡੰਡੀ ਫਿਰ ਉਹ ਆਪਣੇ ਸਾਹ ਨੂੰ ਦਿਮਾਗ ਵੱਲ ਚੜ੍ਹਾ ਲੈਂਦਾ ਹੈ, ਜਿਸ ਨਾਲ ਸਿਰ ਵਿੱਚੋਂ ਗਰਮ ਕੋਲੇ ਜਿਹੀ ਤਪਸ਼ ਮਹਿਸੂਸ ਹੋਣ ਲੱਗਦੀ ਹੈ। ਡੰਡੀ ਇਸ ਨਾਲ ਫੇਫੜੇ ਅਤੇ ਦਿਲ ਆਪਣੀ ਆਮ ਕਿਰਿਆ ਤੋਂ ਰਹਿਤ ਹੋ ਜਾਂਦੇ ਹਨ। ਡੰਡੀ ਅੰਗਰੇਜ਼ ਡਾਕਟਰ ਵੇਡ ਇਸ ਵਿਆਖਿਆ ਨੂੰ ਬਚਕਾਨਾ ਦੱਸਦਾ ਹੈ, ਪਰ ਨਾਲ ਹੀ ਮੰਨਦਾ ਹੈ ਕਿ ਇਸ ਦੇ ਬਾਵਜੂਦ ਲਾਹੌਰ ਦੇ ਵਸਨੀਕ ਭਲੇ ਲੋਕਾਂ ਲਈ ਇਹ ਤਸੱਲੀ ਬਖਸ਼ ਵਿਆਖਿਆ ਹੈ। ਡੰਡੀ ਫਕੀਰ ਦੇ ਇਸ ਕਾਰਨਾਮੇ ਬਾਰੇ ਡਾਕਟਰ ਮੈਕਗ੍ਰੇਗਰ ਨੇ ਟਿੱਪਣੀ ਕੀਤੀ ਹੈ ਕਿ ਇਹ ਕਾਰਨਾਮਾ ਕਿੰਨਾ ਵੀ ਅਸਾਧਾਰਨ ਕਿਉਂ ਨਾ ਪ੍ਰਤੀਤ ਹੋਵੇ, ਕਪਾਲ ਵਿਗਿਆਨ ਦੀ ਦ੍ਰਿਸ਼ਟੀ ਤੋਂ ਇਸ ਦੀ ਵਿਆਖਿਆ ਜੇਕਰ ਅਸੰਭਵ ਨਹੀਂ, ਕਠਿਨ ਜ਼ਰੂਰ ਹੈ। ਡੰਡੀ ਉਸ ਨੇ ਮੰਨਿਆ ਕਿ ਇੰਨੇ ਲੰਮੇ ਅਰਸੇ ਲਈ ਹਾਜ਼ਮੇ ਅਤੇ ਸਵਾਸ ਕਿਰਿਆ ਨੂੰ ਕਿਵੇਂ ਰੋਕੀ ਰੱਖਿਆ ਜਾ ਸਕਦਾ ਹੈ, ਇਹ ਤੱਥ ਰਹੱਸਮਈ ਪ੍ਰਤੀਤ ਹੁੰਦਾ ਹੈ। ਡੰਡੀ ਡਾਕਟਰ ਮੈਕਗ੍ਰੇਗਰ ਦੀ ਰਾਏ ਵਿੱਚ ਫਕੀਰ ਨੂੰ ਇਹ ਕਾਰਨਾਮਾ ਸਰ ਅੰਜਾਮ ਦੇਣ ਲਈ ਬੰਦ ਕਰ ਦੇਣ ਨਾਲ ਕਾਰਨਾਮੇ ਨੂੰ ਅਦਭੁਤਤਾ ਹੀ ਨਹੀਂ ਮਿਲਦੀ, ਇਸ ਨਾਲ ਕਾਰਨਾਮਾ ਪੂਰਾ ਕਰਨ ਲਈ ਫਕੀਰ ਦੁਆਰਾ ਵਰਤੀ ਜਾਂਦੀ ਵਿਧੀ ਵੀ ਗੁਪਤ ਰਹਿ ਜਾਂਦੀ ਹੈ। ਡੰਡੀ ਇਸ ਲਈ ਜਿੰਨੀ ਦੇਰ ਉਸ ਨੂੰ ਕਿਸੇ ਅਜਿਹੀ ਥਾਂ ਜਿੱਥੋਂ ਉਸ ਦੁਆਰਾ ਕੀਤੀ ਜਾਣ ਵਾਲੀ ਕਾਰਵਾਈ ਉੱਤੇ ਨਜ਼ਰ ਰੱਖੀ ਜਾ ਸਕੇ, ਉੱਤੇ ਬੰਦਸ਼ ਦੇ ਦਿਨ ਗੁਜ਼ਾਰਨ ਲਈ ਪ੍ਰੇਰਿਤ ਨਹੀਂ ਕਰ ਲਿਆ ਜਾਂਦਾ, ਉਸ ਦੀਆਂ ਕਾਰਵਾਈਆਂ ਬਾਰੇ ਕਿਆਸ ਆਰਾਈ ਕਰਨੀ ਬੇਲੋੜੀ ਹੈ। ਡੰਡੀ ਭਰਾ ਦਸਮ ਪਾਤਸ਼ਾਹ ਵੱਲੋਂ ਜ਼ੁਲਮਾਂ ਦਾ ਨਾਸ਼ ਕਰਨ ਅਤੇ ਧਰਮ ਦੀ ਰਾਖੀ ਵਾਸਤੇ ਲੜੇ 17 ਯੁੱਧਾਂ ਦਾ ਵਿਸਥਾਰ ਸਹਿਤ ਜ਼ਿਕਰ ਹੈ। ਡੰਡੀ ਇਹ ਯੁੱਧ ਸਹੀ ਅਰਥਾਂ ਵਿੱਚ ਧਰਮ ਯੁੱਧ ਸਨ। ਡੰਡੀ ਕਿਸੇ ਖਾਸ ਮਜ਼ਹਬ ਦੇ ਵਿਰੁੱਧ ਨਹੀਂ ਸਨ, ਕਿਉਂਕਿ ਗੁਰੂ ਜੀ ਦੀਆਂ ਫੌਜਾਂ ਵਿੱਚ ਮੁਸਲਮਾਨ ਵੀ ਸ਼ਾਮਲ ਸਨ। ਡੰਡੀ ਲੇਖਕ ਦੀ ਖੋਜੀ ਬਿਰਤੀ ਨੇ ਇਸ ਪੁਸਤਕ ਦੀ ਸਿਰਜਣਾ ਕਰਵਾਈ ਹੈ। ਡੰਡੀ ਦੋ ਸ਼ਬਦ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਡਾਇਰੈਕਟਰ ਗੁਰਦੀਪ ਸਿੰਘ ਸੱਗੂ ਨੇ ਲਿਖੇ ਹਨ। ਡੰਡੀ ਉਹਨਾਂ ਲਿਖਿਆ ਹੈ ਕਿ ਧਰਮ ਦੀ ਰਾਖੀ ਲਈ ਤਲਵਾਰ ਚੁੱਕਣੀ ਵੱਡਾ ਧਰਮ ਹੈ। ਡੰਡੀ ਤਤਕਾਲੀ ਹੁਕਮਰਾਨ ਔਰੰਗਜ਼ੇਬ ਦੇ ਜ਼ੁਲਮਾਂ ਦੀ ਅੱਤ ਹੋ ਚੁੱਕੀ ਸੀ। ਡੰਡੀ ਪੰਜਵੇਂ ਤੇ 9ਵੇਂ ਗੁਰੂ ਦੀ ਸ਼ਹਾਦਤ ਹੋ ਚੁੱਕੀ ਸੀ। ਡੰਡੀ ਲੇਖਕ ਨੇ ਸ਼ੁਰੂ ਵਿੱਚ 10ਵੇਂ ਗੁਰੂ ਦੇ ਪ੍ਰਕਾਸ਼ ਤੇ ਬਚਪਨ ਦੀ ਲੀਲਾ ਦਾ ਜ਼ਿਕਰ ਕੀਤਾ ਹੈ। ਡੰਡੀ ਜਿਸ ਵੇਲੇ ਗੁਰੂ ਸਾਹਿਬ ਦਾ ਪ੍ਰਕਾਸ਼ 22 ਦਸੰਬਰ 1666 ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ, ਉਸ ਵੇਲੇ ਬਾਲ ਗੋਬਿੰਦ ਰਾਏ ਜੀ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਧਰਮ ਪ੍ਰਚਾਰ ਲਈ ਢਾਕੇ ਬੰਗਾਲ ਵਿੱਚ ਸਨ। ਡੰਡੀ
ਉਸੇ ਸਥਾਨ 'ਤੇ ਗੁਰੂ ਜੀ ਨੂੰ ਬਾਲ ਗੋਬਿੰਦ ਰਾਏ ਦੇ ਜਨਮ ਦਾ ਪਤਾ ਲੱਗਾ। ਡੰਡੀ। ਇਸ ਕਾਂਡ ਵਿੱਚ ਲੇਖਕ ਨੇ ਪੀਰ ਭੀਖਣ ਸ਼ਾਹ ਦਾ ਪ੍ਰਸੰਗ ਅਤੇ ਗੁਰੂ ਜੀ ਦੇ ਬਚਪਨ ਦੇ ਕਈ ਕੌਤਕਾਂ ਦਾ ਬਿਰਤਾਂਤ ਪੇਸ਼ ਕੀਤਾ ਹੈ। ਡੰਡੀ। ਗੁਰੂ ਜੀ ਦੀ ਸਿੱਖਿਆ ਪ੍ਰਾਪਤੀ, ਸ਼ਸਤਰ ਵਿੱਦਿਆ, ਭਾਸ਼ਾਵਾਂ ਦਾ ਗਿਆਨ, ਘੋੜਸਵਾਰੀ ਤੇ ਸਮੇਂ ਦੀ ਹਕੀਕਤ ਬਾਰੇ ਡੂੰਘੀ ਸੋਚ ਵਿਚਾਰ ਦਾ ਵੇਰਵਾ ਹੈ। ਡੰਡੀ। ਗੁਰੂ ਜੀ ਦੀਆਂ ਲੜੀਆਂ 17 ਜੰਗਾਂ ਵਿੱਚੋਂ ਪਹਿਲੀ ਜੰਗ ਭੰਗਾਣੀ ਦਾ ਯੁੱਧ ਹੈ ਜੋ 1667 ਵਿੱਚ ਹੋਈ। ਡੰਡੀ। ਇਸ ਜੰਗ ਵਿੱਚ ਪਾਉਂਟਾ ਸਾਹਿਬ ਗੁਰੂ ਦਰਬਾਰ ਦੇ 52 ਕਵੀਆਂ, ਭਾਈ ਨੰਦ ਲਾਲ ਤੇ ਹੋਰ ਕਈਆਂ ਦਾ ਜ਼ਿਕਰ ਹੈ। ਡੰਡੀ। ਇਸ ਜੰਗ ਵਿੱਚ ਪਹਾੜੀ ਰਾਜੇ ਰਾਜਾ ਭੀਮ ਚੰਦ ਤੇ ਮੁਗਲ ਮੁੱਖ ਵਿਰੋਧੀ ਸਨ। ਡੰਡੀ। ਇਤਿਹਾਸਕਾਰ ਕਨਿੰਗਮ ਮੈਕਗ੍ਰੈਗਰ, ਮਾਰਡਨ ਗੇ ਅਤੇ ਮੁਨਸ਼ੀ ਸੁਖਵੰਤ ਰਾਏ ਦੇ ਹਵਾਲੇ ਹਨ। ਡੰਡੀ। ਇਹਨਾਂ ਦੀਆਂ ਲਿਖਤਾਂ ਵਿੱਚ ਗੁਰੂ ਜੀ ਦੀ ਕਿਲ੍ਹਾਬੰਦੀ, ਨਗਾਰੇ ਦੀ ਗੂੰਜ ਅਤੇ ਪਹਾੜੀ ਰਾਜਿਆਂ ਦੀ ਗੁਰੂ ਜੀ ਨਾਲ ਈਰਖਾ ਦੇ ਕਾਰਨਾਂ ਦਾ ਜ਼ਿਕਰ ਹੈ। ਡੰਡੀ। ਗੁਰੂ ਸਾਹਿਬ ਦੇ ਮੁਰੀਦ ਪੀਰ ਬੁੱਧੂ ਸ਼ਾਹ ਨੇ 500 ਸਿਪਾਹੀ ਗੁਰੂ ਜੀ ਦੀ ਫੌਜ ਵਿੱਚ ਲਿਆਂਦੇ। ਡੰਡੀ। ਇਹ ਜੰਗ ਦਸ਼ਮੇਸ਼ ਗੁਰੂ ਨੇ ਜਿੱਤੀ। ਡੰਡੀ। ਉਸੇ ਸਾਲ ਸਾਹਿਬਜ਼ਾਦਾ ਅਜੀਤ ਦਾ ਜਨਮ ਹੋਇਆ ਸੀ। ਡੰਡੀ। ਅਨੰਦਪੁਰ ਸਾਹਿਬ ਵਿੱਚ ਗੁਰੂ ਜੀ ਦੀਆਂ 5 ਜੰਗਾਂ ਦਾ ਪੂਰਾ ਬਿਰਤਾਂਤ ਹੈ। ਪਹਿਲੀ ਜੰਗ 1701, ਦੂਜੀ ਜੰਗ ਵੀ 1701, ਤੀਸਰੀ ਚੌਥੀ ਜੰਗ 1703 ਵਿੱਚ, ਪੰਜਵੀਂ ਜੰਗ 1704 ਵਿੱਚ ਹੋਈ। ਇਹਨਾਂ ਜੰਗਾਂ ਵਿੱਚ ਪਹਾੜੀ ਰਾਜੇ ਤੇ ਮੁਗਲ ਸੈਨਾਵਾਂ ਖਿਲਾਫ ਗੁਰੂ ਜੀ ਨੇ ਤਲਵਾਰ ਚਲਾਈ ਤੇ ਜੇਤੂ ਰਹੇ। ਡੰਡੀ। ਸਟਾਰਟ। ਵਰਤਮਾਨ ਪੰਜਾਬੀ ਬਾਲ ਸਾਹਿਤ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ ਜਿਨ੍ਹਾਂ ਨੇ ਬਾਲ ਮਨਾਂ ਵਿੱਚ ਚੇਤਨਾ ਦਾ ਸੰਚਾਰ ਕਰਕੇ ਇੱਕ ਅਸਾਰੂ ਵਾਯੂਮੰਡਲ ਪੈਦਾ ਕੀਤਾ ਹੈ। ਡੰਡੀ। ਪੰਜਾਬੀ ਦੇ ਸਸ਼ਕਤ ਲੇਖਕ ਸੁਖਬੀਰ ਨੇ ਇਸ ਕਿਸਮ ਦੇ ਬਾਲ ਸਾਹਿਤ ਨੂੰ ਰਚਨਾਤਮਕ ਦ੍ਰਿਸ਼ਟੀਕੋਣ ਤੋਂ ਚੰਗਾ ਹੁਲਾਰਾ ਦਿੱਤਾ ਹੈ। ਡੰਡੀ। ਛੱਪੜ ਤੇ ਅਸਮਾਨ ਉਸ ਦਾ ਨਵ ਪ੍ਰਕਾਸ਼ਿਤ ਬਾਲ ਕਥਾ ਸੰਕਲਨ ਹੈ ਜਿਸ ਵਿੱਚ 20 ਕਹਾਣੀਆਂ ਰਾਹੀਂ ਇਹ ਅਹਿਸਾਸ ਜਗਾਇਆ ਹੈ ਕਿ ਮਾਨਵੀ ਜੀਵਨ ਵਿੱਚ ਨਕਾਰਾਤਮਕ ਅਤੇ ਪਛਾਣ ਖਿੱਚੂ ਪ੍ਰਵਿਰਤੀਆਂ ਦਾ ਤਿਆਗ ਕਰਕੇ ਹੀ ਸਹੀ ਦਿਸ਼ਾ ਵੱਲ ਤੁਰਿਆ ਜਾ ਸਕਦਾ ਹੈ। ਡੰਡੀ। ਸੁਖਬੀਰ ਦੀਆਂ ਇਹਨਾਂ ਕਹਾਣੀਆਂ ਵਿੱਚ ਵਸਤੂ ਜਗਤ ਦੀ ਦ੍ਰਿਸ਼ਟੀ ਤੋਂ ਵੰਨ ਸੁਵੰਨਤਾ ਵਿਖਾਈ ਦਿੰਦੀ ਹੈ। ਡੰਡੀ। ਮਸਲਨ ਇਹਨਾਂ ਕਹਾਣੀਆਂ ਰਾਹੀਂ ਇਹ ਬੁਨਿਆਦੀ ਸੁਨੇਹਾ ਪ੍ਰਸਾਰਿਤ ਹੁੰਦਾ ਹੈ ਕਿ ਮਨੁੱਖ ਜਾਂ ਜੀਵ ਜੰਤੂ ਸ਼੍ਰੇਣੀ, ਜ਼ੁਲਮ, ਬੇਈਮਾਨੀ, ਭ੍ਰਿਸ਼ਟਾਚਾਰ, ਝੂਠ, ਵਿਸ਼ਵਾਸਘਾਤ, ਸਰੀਰਕ, ਮਾਨਸਿਕ ਅਤੇ ਬੌਧਿਕ ਸ਼ੋਸ਼ਣ ਅਤੇ ਅਸਮਾਜਿਕ ਜਾਂ ਗੈਰ ਕੁਦਰਤੀ ਵਰਤਾਰੇ ਦੇ ਵਿਰੋਧ ਵਿੱਚ ਭੁਗਤਦੀ ਹੈ ਅਤੇ ਅਜਿਹੀ ਪ੍ਰਵਿਰਤੀ ਵਾਲਿਆਂ ਨੂੰ ਉਚਿਤ ਸਜ਼ਾ ਮਿਲਣ 'ਤੇ ਮਾਨਸਿਕ ਸੰਤੁਸ਼ਟੀ ਅਨੁਭਵ ਕਰਦੀ ਹੈ। ਡੰਡੀ। ਪਹਿਰਾ। ਜ਼ਿਆਦਾਤਰ ਕਹਾਣੀਆਂ ਦਾ ਕਥਾਨਕ ਜੀਵ ਜੰਤੂਆਂ ਉੱਪਰ ਆਧਾਰਿਤ ਹੈ ਜਿਵੇਂ ਸਹੀ ਵੰਡ, ਉਮਰ ਦਾ ਸਵਾਲ, 3 ਡੰਗ ਦੀ ਰੋਟੀ, ਲਾਲ ਕੋਟ ਵਾਲਾ ਚੂਹਾ, ਸਭ ਤੋਂ ਤਗੜੀ ਚਿੜੀ, ਉੱਲੂ ਦਾ ਇਲਾਜ, ਛੱਪੜ ਤੇ ਅਸਮਾਨ, ਬਾਦਸ਼ਾਹ,
ਦੋ ਲੱਤਾਂ ਵਾਲਾ ਟਿੱਡਾ, ਸ਼ੀਸ਼ਾ ਤੇ ਸ਼ਕਲਾਂ, ਸਹੇ ਦੀ ਸਿਆਣਪ, ਗੱਲਾਂ ਕਰਨ ਵਾਲਾ ਖੋਤਾ ਆਦਿ ਕਹਾਣੀਆਂ ਵਿੱਚ ਵੰਨ ਸਵੰਨੇ ਜੀਵ ਜੰਤੂ ਹਿੰਸਕ ਪ੍ਰਵਿਰਤੀਆਂ ਦੀ ਮੁਖਾਲਫਤ ਕਰਦੇ ਹਨ ਅਤੇ ਆਪਣੀ ਨੇਕੀ, ਏਕਤਾ ਅਤੇ ਦ੍ਰਿੜ ਨਿਸ਼ਚੇ ਨਾਲ ਹੀ ਸਫਲਤਾ ਹਾਸਲ ਕਰਦੇ ਹਨ। ਡੰਡੀ ਆਕਾਰ ਦੀ ਦ੍ਰਿਸ਼ਟੀ ਤੋਂ ਨਗੂਣੇ ਤੇ ਕਮਜ਼ੋਰ ਵਿਖਾਈ ਦੇਣ ਵਾਲੇ ਪਾਤਰ ਆਪਣੀ ਹਾਜ਼ਰ ਦਿਮਾਗੀ ਅਤੇ ਯੋਜਨਾਬੰਦੀ ਨਾਲ ਵਿਰੋਧੀਆਂ ਨੂੰ ਮਾਤ ਪਾਉਂਦੇ ਹਨ। ਡੰਡੀ ਉਦਾਹਰਨ ਵਜੋਂ ਸਭ ਤੋਂ ਤਗੜੀ ਚਿੜੀ ਕਹਾਣੀ ਵਿੱਚ ਚਿੜੀ ਦੋ ਸ਼ਕਤੀਸ਼ਾਲੀ ਵਿਰੋਧੀਆਂ ਹਾਥੀ ਅਤੇ ਮਗਰਮੱਛ ਨੂੰ ਆਪਣੀ ਤਾਕਤ ਦਾ ਲੋਹਾ ਮਨਵਾਉਣ ਵਿੱਚ ਸਫਲ ਹੁੰਦੀ ਹੈ। ਡੰਡੀ ਚਿੜੀ ਨੂੰ ਤੰਗ ਕਰਨ ਵਾਲੇ ਇਹਨਾਂ ਪਾਤਰਾਂ ਨੂੰ ਜਦੋਂ ਚਿੜੀ ਬੰਨ੍ਹਣ ਦੀ ਗੱਲ ਆਖਦੀ ਹੈ ਤਾਂ ਉਹ ਉਸ ਦਾ ਮਜ਼ਾਕ ਉਡਾਉਂਦੇ ਹਨ। ਡੰਡੀ ਚਿੜੀ ਇੱਕ ਲੰਮੀ, ਮਜ਼ਬੂਤ ਅਤੇ ਮੋਟੀ ਰੱਸੀ ਲੈ ਕੇ ਪਹਿਲਾਂ ਹਾਥੀ ਦੀ ਪੂਛ ਨਾਲ ਜਾ ਬੰਨ੍ਹਦੀ ਹੈ। ਡੰਡੀ ਫਿਰ ਉਸ ਦਾ ਦੂਜਾ ਸਿਰਾ ਮਗਰਮੱਛ ਦੀ ਪੂਛ ਨਾਲ। ਡੰਡੀ ਚਿੜੀ ਦੋਵਾਂ ਪਾਸਿਓਂ ਪੂਛਾਂ ਨਾਲ ਬੰਨ੍ਹੀ ਰੱਸੀ ਦੇ ਵਿਚਕਾਰ ਜਾਂਦੀ ਹੈ ਅਤੇ ਪਹਿਲਾਂ ਹਾਥੀ ਨੂੰ ਉੱਚੀ ਆਵਾਜ਼ ਦਿੰਦੀ ਹੈ ਕਿ ਉਹ ਵੇਲਨੁਮਾ ਰੱਸੀ ਖਿੱਚੇ। ਡੰਡੀ ਇਹੀ ਗੱਲ ਮਗਰਮੱਛ ਨੂੰ ਆਖਦੀ ਹੈ। ਡੰਡੀ ਦੋਵੇਂ ਪੂਰਾ ਤਾਣ ਲਾਉਂਦੇ ਹਨ ਤੇ ਹੈਰਾਨ ਹੁੰਦੇ ਹਨ ਕਿ ਚਿੜੀ ਤਾਂ ਉਹਨਾਂ ਕੋਲੋਂ ਵੀ ਸ਼ਕਤੀਸ਼ਾਲੀ ਹੈ ਜਿਸ ਨੇ ਉਹਨਾਂ ਦੀ ਕੋਈ ਪੇਸ਼ ਨਹੀਂ ਜਾਣ ਦਿੱਤੀ। ਡੰਡੀ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਮੁਗਲਾਂ ਵੱਲੋਂ ਕਸਮਾਂ ਖਾ ਕੇ ਕਿਲ੍ਹਾ ਖਾਲੀ ਕਰਵਾਉਣਾ, ਮਾਝੇ ਦੇ ਕੁਝ ਸਿੱਖਾਂ ਵੱਲੋਂ ਗੁਰੂ ਜੀ ਨੂੰ ਵਿਦਾਵਾ ਲਿਖ ਕੇ ਦੇਣਾ ਜਿਹੇ ਇਤਿਹਾਸਕ ਪ੍ਰਸੰਗ ਹਨ। ਡੰਡੀ ਚਮਕੌਰ ਸਾਹਿਬ ਦੀਆਂ ਦੋ ਲੜਾਈਆਂ ਦਾ ਵੇਰਵਾ ਪੁਸਤਕ ਵਿੱਚ ਹੈ। ਪਹਿਲੀ ਜੰਗ 1703 ਵਿੱਚ ਅਤੇ ਦੂਸਰੀ ਜੰਗ 1704 ਈਸਵੀ ਦੀ ਹੈ। ਡੰਡੀ ਹੁਸੈਨੀ ਯੁੱਧ 1695 ਵਿੱਚ, ਨਦੌਣ ਦੀ ਜੰਗ 1688 ਵਿੱਚ। ਡੰਡੀ ਮੁਕਤਸਰ ਦੀ ਜੰਗ ਵਿੱਚ ਗੁਰੂ ਸਾਹਿਬ ਵੱਲੋਂ ਭਾਈ ਮਹਾਂ ਸਿੰਘ ਦਾ ਵਿਦਾਵਾ ਪਾੜ ਕੇ ਟੁੱਟੀ ਗੰਢਣ ਦਾ ਪ੍ਰਸੰਗ ਅਤੇ ਮਾਈ ਭਾਗੋ ਦੀ ਸੂਰਬੀਰਤਾ ਲੇਖਕ ਨੇ ਰੀਝ ਨਾਲ ਲਿਖੀ ਹੈ। ਡੰਡੀ ਇਹ ਸਾਰੀਆਂ ਘਟਨਾਵਾਂ ਸਿੱਖ ਇਤਿਹਾਸ ਦਾ ਪ੍ਰਮੁੱਖ ਅੰਗ ਹਨ। ਡੰਡੀ ਇੱਕ ਜੰਗ ਜੇਜੋਂ ਦੀ ਹੈ। ਡੰਡੀ ਇਹ ਜੰਗ ਗੁਰੂ ਜੀ ਨੇ ਔਰੰਗਜ਼ੇਬ ਦੀ ਮੌਤ ਪਿੱਛੋਂ ਦਿੱਲੀ ਦਾ ਤਖਤ ਹਾਸਲ ਕਰਨ ਦੇ ਚਾਹਵਾਨ ਬਹਾਦਰ ਸ਼ਾਹ ਦੇ ਹੱਕ ਵਿੱਚ ਲੜੀ ਸੀ। ਡੰਡੀ ਕੁਝ ਛੋਟੀਆਂ ਜੰਗਾਂ ਵੀ ਪੁਸਤਕ ਵਿੱਚ ਹਨ। ਡੰਡੀ ਪੁਸਤਕ ਵਿੱਚ 6ਵੇਂ ਗੁਰੂ ਜੀ ਦੀਆਂ ਰੰਗਦਾਰ ਤਸਵੀਰਾਂ ਦੇ ਨਾਲ ਗੁਰੂ ਜੀ ਦੀਆਂ ਜੰਗ ਲੜਦਿਆਂ ਦੀਆਂ 1 ਦਰਜਨ ਇਤਿਹਾਸਕ ਤਸਵੀਰਾਂ ਹਨ। ਡੰਡੀ ਜਗਤਾਰ ਸਿੰਘ ਜੋਗ ਨੇ ਪੁਸਤਕ ਦੇ ਟਾਈਟਲ ਉੱਪਰ ਲੇਖਕ ਅਤੇ ਪੁਸਤਕ ਬਾਰੇ ਭਾਵਪੂਰਤ ਵਿਚਾਰ ਲਿਖੇ ਹਨ। ਡੰਡੀ ਵਧੀਆ ਦਿੱਖ ਵਿੱਚ ਛਪੀ ਪੁਸਤਕ ਦੇ ਟਾਈਟਲ ਉੱਪਰ ਦਸ਼ਮੇਸ਼ ਗੁਰੂ ਦੀ ਸੋਹਣੀ ਰੰਗਦਾਰ ਤਸਵੀਰ ਪੁਸਤਕ ਦੀ ਖੂਬਸੂਰਤੀ ਵਿੱਚ ਵਾਧਾ ਕਰਦੀ ਹੈ। ਡੰਡੀ ਭਰਾ ਇਸੇ ਪ੍ਰਕਾਰ ਛੱਪੜ ਤੇ ਅਸਮਾਨ ਕਹਾਣੀ ਵਿੱਚ ਤਿਤਲੀ ਇੱਕ ਹੈਂਕੜਬਾਜ਼ ਡੱਡੂ ਨੂੰ ਸਬਕ ਸਿਖਾਉਂਦੀ ਹੈ। ਡੰਡੀ ਇਉਂ ਇਹ ਕਹਾਣੀ ਸੰਕੇਤ ਕਰਦੀਆਂ ਹਨ ਕਿ ਨੀਤੀ ਤੇ ਵਿਉਂਤਬੰਦੀ ਨਾਲ ਵੱਡੀ ਮੁਸ਼ਕਲ ਉੱਪਰ ਵੀ ਕਾਬੂ ਪਾਇਆ ਜਾ ਸਕਦਾ ਹੈ। ਡੰਡੀ ਦੂਜੇ ਪਾਸੇ ਵਿਹਲੜ ਅਮਰਤਾ ਦਾ ਫਲ
ਕੋਰੇ ਹੱਥ, ਕਿਹੋ ਜਿਹੇ ਦੋਸਤ, ਖੋਟੀ ਕਿਸਮਤ ਅਤੇ ਸਭ ਤੋਂ ਸੋਹਣੀ ਆਵਾਜ਼। ਕਹਾਣੀਆਂ ਵਿੱਚ ਮਨੁੱਖੀ ਪਾਤਰ ਵਿਚਰਦੇ ਵਿਖਾਈ ਦਿੰਦੇ ਹਨ। ਡੰਡੀ ਕਿਤੇ ਕਿਤੇ ਮਨੁੱਖ ਪਾਤਰਾਂ ਦੀ ਜਨੌਰ ਜਾਂ ਭਰਾ ਸਰੀਰਕ ਪਾਤਰਾਂ ਨਾਲ ਟੱਕਰ ਵੀ ਹੁੰਦੀ ਹੈ। ਉਹ ਓੜਕ, ਜਿੱਤ, ਚੰਗਿਆਈ ਅਤੇ ਹਿੰਮਤ ਦੀ ਹੁੰਦੀ ਹੈ। ਡੰਡੀ ਇਸ ਸੰਦਰਭ ਵਿੱਚ ਚਾਲ ਤੇ ਜਾਲ ਕਹਾਣੀ ਵਿੱਚ ਇੱਕ ਹਾਜ਼ਰ ਦਿਮਾਗ ਯਤੀਮ ਨੌਜਵਾਨ ਪਿੰਡ ਨੂੰ ਭੈਭੀਤ ਕਰਕੇ ਹਾਹਾਕਾਰ ਮਚਾਉਣ ਵਾਲੇ ਇੱਕ ਭਰਾ ਸਰੀਰਕ ਪਾਤਰ ਭਿਆਨਕ ਦੈਂਤ ਨੂੰ ਯੋਜਨਾਬੱਧ ਤਰੀਕੇ ਨਾਲ ਖਤਮ ਕਰਕੇ ਉਸ ਦੇ ਜ਼ੁਲਮਾਂ ਤੇ ਸਹਿਮ ਤੋਂ ਲੁਕਾਈ ਨੂੰ ਨਿਜਾਤ ਦਿਵਾਉਂਦਾ ਹੈ। ਡੰਡੀ ਇਉਂ ਸਮੁੱਚੀਆਂ ਕਹਾਣੀਆਂ ਦੇ ਆਦਰਸ਼ਕ ਪਾਤਰ ਭੈੜੇ ਪਾਤਰਾਂ ਨੂੰ ਸਬਕ ਸਿਖਾਉਂਦੇ ਅਤੇ ਮਾਫ਼ ਕਰਦਿਆਂ ਸਮਾਜਿਕ ਸੰਤੁਲਨ ਕਾਇਮ ਰੱਖਦੇ ਹਨ। ਡੰਡੀ ਇਹ ਜੀਓ ਅਤੇ ਜਿਉਣ ਦੀ ਭਾਵਨਾ ਨੂੰ ਦ੍ਰਿੜ ਕਰਨ ਦਾ ਪੈਗਾਮ ਦਿੰਦੇ ਹੋਏ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਦਾ ਸੰਚਾਰ ਕਰਦੇ ਹਨ। ਡੰਡੀ ਇਹ ਕਹਾਣੀਆਂ ਦਿਲਚਸਪ ਅਤੇ ਜਿਗਿਆਸਮਈ ਅੰਦਾਜ਼ ਵਿੱਚ ਲਿਖੀਆਂ ਹੋਈਆਂ ਹਨ। ਡੰਡੀ ਸੁਖਬੀਰ ਨੇ ਪਾਤਰਾਂ ਦੀ ਮਾਨਸਿਕਤਾ ਤੇ ਦਿੱਖ ਅਨੁਸਾਰ ਢੁਕਵੀਂ, ਸਰਲ ਤੇ ਸੰਖੇਪ ਵਾਰਤਾਲਾਪ ਘੜ ਕੇ ਗਲਪੀ ਸ਼ੈਲੀ ਦਾ ਸੁੰਦਰ ਨਮੂਨਾ ਪੇਸ਼ ਕੀਤਾ ਹੈ। ਡੰਡੀ ਇਹ ਪੁਸਤਕ ਬੱਚਿਆਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ। ਡੰਡੀ ਮਨਮੋਹਨ ਬਾਵਾ ਪੰਜਾਬੀ ਸਾਹਿਤ ਵਿੱਚ ਆਪਣੀਆਂ ਇਤਿਹਾਸਕ ਗਲਪ ਰਚਨਾਵਾਂ ਅਤੇ ਯਾਤਰਾ ਸਾਹਿਤ ਕਾਰਨ ਬਹੁਤ ਹੀ ਸਤਿਕਾਰਿਆ ਅਤੇ ਪਿਆਰਿਆ ਲੇਖਕ ਹੈ। ਡੰਡੀ ਉਸ ਦੇ ਇਤਿਹਾਸਕ ਗਲਪ ਦੀਆਂ ਕੁਝ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਕਾਰਨ ਉਹ ਆਲੋਚਕਾਂ ਪਾਠਕਾਂ 'ਤੇ ਡੂੰਘੀ ਛਾਪ ਛੱਡਦਾ ਹੈ। ਡੰਡੀ ਉਸ ਦੀਆਂ ਗਲਪ ਰਚਨਾਵਾਂ ਤਰਕ ਆਧਾਰਿਤ ਹਨ। ਡੰਡੀ ਉਹਨਾਂ ਦਾ ਮਾਨਵਵਾਦੀ ਖਾਸਾ ਪ੍ਰਭਾਵਿਤ ਕਰਦਾ ਹੈ। ਡੰਡੀ ਉਹ ਆਦਿਵਾਸੀਆਂ, ਦਲਿਤਾਂ ਅਤੇ ਹੋਰ ਛੋਟੀਆਂ ਸਮਝੀਆਂ ਜਾਂਦੀਆਂ ਜਾਤੀਆਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਹੈ। ਡੰਡੀ ਬਹੁਤ ਵਰ੍ਹੇ ਪਹਿਲਾਂ ਹਿੰਦੀ ਦੇ ਪ੍ਰਸਿੱਧ ਵਿਦਵਾਨ ਅਤੇ ਚਿੰਤਕ ਹਜ਼ਾਰੀ ਪ੍ਰਸਾਦ ਦਿਵੇਦੀ ਨੇ ਇੱਕ ਨਾਵਲ ਲਿਖਿਆ ਸੀ, ਬਾਣ ਭੱਟ ਕੀ ਆਤਮ ਕਥਾ, ਜਿਸ ਦੀ ਬਹੁਤ ਪ੍ਰਸ਼ੰਸਾ ਹੋਈ ਸੀ। ਡੰਡੀ ਬਾਣ ਭੱਟ ਰਾਜਾ ਹਰਸ਼ਵਰਧਨ ਦੇ ਕਾਲ ਦਾ ਪ੍ਰਸਿੱਧ ਨਾਟਕਕਾਰ ਸੀ। ਡੰਡੀ ਬਾਵਾ ਨੇ ਵੀ ਉਸੇ ਤਰਜ਼ 'ਤੇ ਆਪਣੀ ਗਲਪ ਰਚਨਾ ਵਿਆਸ ਭੱਟ ਦੀ ਆਤਮ ਕਥਾ, ਕੀਮਤ 425 ਰੁਪਏ, ਚੇਤਨਾ ਪ੍ਰਕਾਸ਼ਨ ਲੁਧਿਆਣਾ ਕੋਟਕਪੂਰਾ ਲਿਖੀ ਹੈ, ਜਿਸ ਵਿੱਚ ਉਸਨੇ ਹਰਸ਼ਵਰਧਨ ਦੇ ਵਾਰਿਸ ਯੁਗੇਸ਼ਵਰਮਨ ਦੇ ਰਾਜਕਾਲ ਦਾ ਬਰਤਾਂਤ ਪੇਸ਼ ਕੀਤਾ ਹੈ। ਡੰਡੀ ਵਿਆਸ ਭੱਟ ਬਾਣ ਭੱਟ ਦਾ ਭਤੀਜਾ ਸੀ, ਜਿਸ ਦਾ ਜ਼ਿਕਰ ਉਹ ਵਾਰ-ਵਾਰ ਕਰਦਾ ਹੈ, ਪਰ ਉਸ ਕੋਲ ਬਾਣ ਭੱਟ ਜਿੰਨੀ ਤੇ ਜਿਹੀ ਪ੍ਰਤਿਭਾ ਨਹੀਂ ਸੀ। ਡੰਡੀ ਵਿਆਸ ਭੱਟ ਦਾ ਗੁਰੂ ਹਰਵਰਧਨ ਇਸੇ ਲਈ ਉਸ ਨੂੰ ਨਾਟਕ ਕਲਾ ਬਾਰੇ ਕੁਝ ਗਿਆਨ, ਅਨੁਭਵ ਅਤੇ ਸਿਖਲਾਈ ਲੈਣ ਲਈ ਉਸ ਵੇਲੇ ਨਾਟ ਕਲਾ ਦੇ ਪ੍ਰਸਿੱਧ ਕਲਾ ਕੇਂਦਰ ਉਜੈਨ ਭੇਜਦਾ ਹੈ। ਡੰਡੀ ਉਜੈਨ ਜਾਣ ਦੇ ਦੋ ਰਾਹ ਹਨ। ਡੰਡੀ ਗੁਰੂ ਉਸ ਨੂੰ ਔਖੇ ਰਾਹ ਜਾਣ ਲਈ ਆਖਦਾ ਹੈ ਤਾਂ ਕਿ ਉਹ ਗੂੜ ਅਨੁਭਵ ਪ੍ਰਾਪਤ ਕਰ ਸਕੇ। ਡੰਡੀ ਰਾਜ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕਾਂ ਅਤੇ ਜਾਤੀਆਂ ਨੂੰ ਮਿਲੇ ਅਤੇ ਆਪਣੇ ਅਨੁਭਵ ਨੂੰ ਮੋਕਲਾ ਕਰੇ। ਡੰਡੀ ਮਨਮੋਹਨ ਬਾਵਾ ਆਪਣੀ ਘੁਮਕੜੀ ਬਿਰਤੀ ਦਾ ਇਜ਼ਹਾਰ ਇਸ ਗਲਪ ਰਚਨਾ ਵਿੱਚ ਵੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਡੰਡੀ ਵਿਆਸ ਭੱਟ ਦੀਆਂ ਉਹ ਦੋ
ਯਾਤਰਾਵਾਂ ਲੰਮੀਆਂ ਇਸ ਨਾਵਲ ਵਿੱਚ ਦਰਸਾਉਂਦਾ ਹੈ। ਡੰਡੀ ਇੱਕ ਉਜੈਨ ਜਾਣ ਦੀ ਅਤੇ ਦੂਸਰੀ ਯੁੱਧ ਵਿੱਚ ਨੱਸ ਕੇ ਵਾਪਸ ਆਪਣੇ ਘਰ ਵੱਲ ਪਰਤਣ ਦੀ। ਡੰਡੀ ਇਹਨਾਂ ਯਾਤਰਾਵਾਂ ਦੌਰਾਨ ਉਹ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਮਿਲਦਾ ਹੈ ਅਤੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਹਾਸਲ ਕਰਦਾ ਹੈ। ਡੰਡੀ ਉਹ ਰਾਜਿਆਂ ਦੇ ਘਮੰਡ, ਮੂਰਖਤਾ ਅਤੇ ਹੱਠ ਦਾ ਜ਼ਿਕਰ ਕਰਦਾ ਹੈ। ਡੰਡੀ ਚਾਪਲੂਸਾਂ ਦੁਆਰਾ ਰਾਜਿਆਂ ਨੂੰ ਪੁੱਠੇ ਰਾਹ ਪਾ ਕੇ ਜੰਗ ਕਰਵਾ ਦੇਣ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਾ ਹੈ। ਡੰਡੀ ਰਾਜਾ ਯਸ਼ੋਵਰਮਨ ਕਸ਼ਮੀਰ ਦੇ ਰਾਜੇ ਨਾਲ ਕੇਵਲ ਯੁੱਧ ਦਾ ਇੱਕ ਦੰਦ ਪ੍ਰਾਪਤ ਕਰਨ ਲਈ ਹੀ ਯੁੱਧ ਛੇੜ ਲੈਂਦਾ ਹੈ ਅਤੇ ਭਾਰੀ ਨੁਕਸਾਨ ਉਠਾਉਂਦਾ ਹੈ। ਡੰਡੀ ਰਾਜਾ ਹਰਸ਼ਵਰਧਨ ਵੇਲੇ ਉਹਨਾਂ ਦਾ ਰਾਜ ਨਾਟ ਕਲਾ ਵਿੱਚ ਪੂਰੀ ਚੜ੍ਹਤ 'ਤੇ ਸੀ। ਡੰਡੀ ਬਾਣ ਭੱਟ, ਭਭੂਤੀ ਆਦਿ ਨਾਟਕਕਾਰ ਆਪਣੀ ਕਲਾ ਦਾ ਜ਼ਿਕਰ ਕਰ ਰਹੇ ਸਨ। ਡੰਡੀ ਪਰ ਯੁਗੇਸ਼ਵਰਮ ਨਾਂ ਦਾ ਸਿਆਣਾ ਰਾਜਾ ਹੀ ਸਿੱਧ ਹੋਇਆ ਅਤੇ ਨਾ ਹੀ ਚੰਗਾ ਨਾਟਕ ਪਾਰਖੂ। ਡੰਡੀ ਉਸ ਵੇਲੇ ਪੁਰਾਣੇ ਅਤੇ ਪ੍ਰਸਿੱਧ ਨਾਟਕਕਾਰ ਜਾਂ ਤਾਂ ਸਵਰਗ ਸਿਧਾਰ ਚੁੱਕੇ ਸਨ ਅਤੇ ਜਾਂ ਫਿਰ ਇੰਨੇ ਬਿਰਧ ਹੋ ਗਏ ਸਨ ਕਿ ਕਿਸੇ ਕੰਮ ਦੇ ਨਹੀਂ ਰਹੇ ਸਨ। ਡੰਡੀ ਇਸੇ ਲਈ ਸੱਤਿਆਕ੍ਰਿਤੀ, ਕਰਨਕਾਰ, ਵਰਮਨ, ਰਵਾਲਕਾਰ ਅਤੇ ਜਤਕਸ਼ਤਰਕ ਜਿਹੇ ਅਖੌਤੀ ਚਾਪਲੂਸਾਂ ਅਤੇ ਕਲਾ ਤੋਂ ਕੋਰੇ ਨਾਟਕਕਾਰਾਂ ਦਾ ਬੋਲਬਾਲਾ ਹੈ। ਡੰਡੀ ਉਹ ਚੰਗੇ ਨਾਟਕ ਲਿਖਣ ਦੀ ਥਾਂ ਚਾਪਲੂਸੀ, ਸਾਜ਼ਿਸ਼ ਅਤੇ ਖੁਸ਼ਾਮਦ ਰਾਹੀਂ ਰਾਜ ਦੀਆਂ ਉੱਚੀਆਂ ਉੱਚੀਆਂ ਪਦਵੀਆਂ ਹਥਿਆਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਡੰਡੀ ਸਾਜ਼ਿਸ਼ ਕਰਕੇ ਹੀ ਉਹ ਵਿਆਸ ਭੱਟ ਨੂੰ ਯੁੱਧ ਵਿੱਚ ਝੋਕਣ ਵਿੱਚ ਸਫਲ ਹੋ ਜਾਂਦੇ ਹਨ, ਜਿੱਥੋਂ ਉਹ ਆਪਣੀ ਜਾਨ ਬਚਾ ਕੇ ਨੱਸ ਆਉਂਦਾ ਹੈ ਅਤੇ ਰਾਜ ਧਰੋਹ ਦਾ ਸਾਹਮਣਾ ਕਰਦਾ ਹੈ। ਡੰਡੀ ਉੱਥੋਂ ਉਸ ਨੂੰ ਉਸ ਦੀ ਪ੍ਰੇਮਿਕਾ ਜੂਹਿਕਾ ਬਚਾਉਣ ਵਿੱਚ ਸਫਲ ਹੋ ਜਾਂਦੀ ਹੈ ਅਤੇ ਉਹ ਰਾਜ ਛੱਡ ਕੇ ਕਿਤੇ ਦੂਰ ਭੱਜ ਜਾਣ ਦਾ ਨਿਸ਼ਚਾ ਕਰ ਲੈਂਦਾ ਹੈ। ਡੰਡੀ ਵਿਆਸ ਭੱਟ ਕਈ ਔਰਤਾਂ ਨਾਲ ਪਿਆਰ ਕਰਦਾ ਹੈ ਪਰ ਕਿਸੇ ਨਾਲ ਵੀ ਪੂਰਾ ਨਹੀਂ ਉਤਰਦਾ। ਡੰਡੀ ਜੂਹਿਕਾ ਨੂੰ ਛੱਡ ਕੇ ਇੱਕ ਹੋਰ ਅਭਿਨੇਤਰੀ ਵਿਸ਼ਾਖਾ ਨਾਲ ਵਿਆਹ ਕਰਵਾ ਲੈਂਦਾ ਹੈ। ਡੰਡੀ ਉਜੈਨ ਵਿੱਚ ਉਹ ਨਾਟਕ ਸਿਖਲਾਈ ਲੈਣ ਲਈ ਦੇਸ਼ਵਰਮਨ ਕੋਲ ਜਾਂਦਾ ਹੈ। ਡੰਡੀ ਉੱਥੇ ਉਸ ਨੂੰ ਉਸਦੀ ਬੇਟੀ ਚੰਦਰਿਕਾ ਨਾਲ ਮੁਹੱਬਤ ਹੋ ਜਾਂਦੀ ਹੈ ਪਰ ਗੁਰੂ ਦੀ ਬੇਟੀ ਹੋਣ ਕਾਰਨ ਉਹ ਉਸ ਤੋਂ ਵੀ ਦੂਰ ਨੱਸਦਾ ਹੈ। ਡੰਡੀ ਵਿਸ਼ਾਖਾ ਨਾਲ ਵੀ ਉਸ ਦੀ ਨੋਕ ਝੋਕ ਚੱਲਦੀ ਰਹਿੰਦੀ ਹੈ। ਡੰਡੀ ਲੇਖਕ ਆਪਣੀ ਇਸ ਗਲਪ ਰਚਨਾ ਵਿੱਚ ਥਾਂ ਥਾਂ ਬਹੁਤ ਹੀ ਕਾਰਗਰ ਟਿੱਪਣੀਆਂ ਕਰਦਾ ਹੈ, ਜਿਸ ਕਾਰਨ ਨਾਵਲ ਦੀ ਦਿੱਖ ਅਤੇ ਤਸੀਰ ਚਿੰਤਨ ਸ਼ੈਲੀ ਵਾਲੀ ਹੋ ਜਾਂਦੀ ਹੈ। ਡੰਡੀ ਬੁੱਧ ਧਰਮ ਅਤੇ ਬ੍ਰਾਹਮਣਵਾਦ, ਨਾਟਕ ਕਲਾ ਅਤੇ ਰਾਜਿਆਂ ਦੇ ਅਹਮ ਬਾਰੇ ਉਸ ਦੀਆਂ ਟਿੱਪਣੀਆਂ ਬਹੁਤ ਪ੍ਰਭਾਵਿਤ ਕਰਦੀਆਂ ਹਨ। ਡੰਡੀ ਵਿਆਸ ਭੱਟ ਦੇ ਚਰਿੱਤਰ ਦੀਆਂ ਊਣਤਾਈਆਂ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਡੰਡੀ ਉਹ ਨਾ ਤਾਂ ਸੱਚਾ ਪ੍ਰੇਮੀ ਸਿੱਧ ਹੁੰਦਾ ਹੈ ਅਤੇ ਨਾ ਹੀ ਪਰਪੱਕ ਨਾਟਕਕਾਰ। ਡੰਡੀ ਯੁੱਧ ਵਿੱਚੋਂ ਵੀ ਉਹ ਭਗੌੜਾ ਹੋ ਜਾਂਦਾ ਹੈ ਅਤੇ ਆਪਣੀ ਜਾਨ ਬਚਾਉਣ ਲਈ ਉਹ ਆਪਣਾ ਮੁਲਕ ਰਾਜ ਤੱਕ ਛੱਡਣ ਲਈ ਤਿਆਰ ਹੋ ਜਾਂਦਾ ਹੈ। ਡੰਡੀ ਲੇਖਕ ਨੇ ਨਾਵਲ ਵਿੱਚ ਪੇਸ਼ ਕੀਤੇ ਸਮੇਂ, ਸਥਾਨ ਅਤੇ ਕਿਰਦਾਰਾਂ ਨਾਲ ਪੂਰਾ ਇਨਸਾਫ ਕੀਤਾ ਹੈ। ਡੰਡੀ ਰਚਨਾ ਉਪਯੋਗੀ ਵੀ ਹੈ ਅਤੇ ਰੌਚਕ ਵੀ। ਡੰਡੀ